ਦੀਪ ਦਾ ਜਾਣਾ ਇਸ ਦੁਨੀਆ ਦਾ ਮੇਰੀ ਜ਼ਾਤੀ ਤੌਰ ਤੇ ਮੈਨੂੰ ਬਹੁਤ ਵੱਡੀ ਘਾਟ ਹੈ। ਦੇਖੋ ਫਿਲਮਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਜ਼ਿੰਦਗੀ ਬਹੁਤ ਵੱਡੀ ਹੈ, ਇਨਸਾਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ, ਇਨਸਾਨੀਅਤ ਬਹੁਤ ਜ਼ਰੂਰੀ ਹੈ। ਅੱਜ ਜੇ ਇੱਥੇ ਮੈਂ ਹੈਗਾ ਤੇ ਉਹਦਾ ਬਹੁਤ ਵੱਡਾ ਕਾਰਨ ਦੀਪ ਬਾਈ ਆ, ਕਿਉਂਕਿ ਜੇ ਦੀਪ ਬਾਈ ਨਾ ਹੁੰਦਾ, ਉਹਦੀ ਸਪੋਰਟ ਨਾ ਹੁੰਦੀ, ਸਾਡੇ ਵਾਲੇ 'ਚ ਇੱਥੇ ਨਾ ਹੁੰਦੀ। ਕਿਤੇ ਨਾ ਕਿਤੇ ਫਿਲਮ ਸਾਡੀ ਗੱਲ ਕਰਦੀ ਆ, ਸਾਡੇ ਪਿੰਡਾਂ ਦੀ ਗੱਲ ਕਰਦੀ। ਬਿਕੋਜ਼ ਮੈਂ ਦੀਪ ਅਸੀਂ ਇੱਕੋ ਪਿਛੋਕੜ ਤੋਂ ਆਉਣੇ ਆ, ਉਸੇ ਮਿੱਟੀ ਦੀ, ਉਸੇ ਪਿਆਰ ਮੁਹੱਬਤ ਦੀ ਗੱਲ ਕਰਦੇ ਅਤੇ ਮੈਨੂੰ ਲੱਗਦਾ ਸੀ ਕਿ ਇਹ ਫਿਲਮ ਆਉਣੀ ਚਾਹੀਦੀ ਆ। ਜਦੋਂ ਤੁਹਾਨੂੰ ਇਹ ਗੱਲ ਦੱਸੀ ਜਾਂਦੀ ਆ ਕਿ ਯਾਰ ਤੁਹਾਡੀ ਫਿਲਮ ਦੀ ਗੱਲ ਕਰਦੀ ਹੈ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਦੀ, ਆਪਣੀ ਮਿੱਟੀ ਦੀ ਜਾਂ ਆਪਣੇ ਏਰੀਏ ਦੀ ਗੱਲ ਕਰੀਏ। ਸੋ ਉਸ ਮੋਹ ਤੰਦਾਂ ਦੇ ਆਲੇ ਦੁਆਲੇ ਫਿਲਮ ਆ, ਰਿਸ਼ਤੇ ਦੇ ਆਲੇ ਦੁਆਲੇ। ਤੂੰ ਮੇਰੇ ਲਈ ਦੀਪ ਨਹੀਂ ਤਾਂ ਮੈਂ ਤੇਰੇ ਲਈ ਸੁਖਦੀਪ ਨਹੀਂ, ਤੂੰ ਮੇਰੇ ਲਈ ਮਨਜੀਤ ਤਾਂ ਮੈਂ ਤੇਰੇ ਲਈ ਬਿਕਰ ਹਾਂ। ਬਾਈ ਜੇ ਮੇਰੇ ਸੱਟ ਲੱਗੀ ਤਾਂ ਮੈਂ ਤੈਨੂੰ ਕੁਛ ਨਹੀਂ ਕਹਿਣਾ, ਜੇ ਤੇਰੇ ਲੱਗ ਜਾਂਦਾ ਬਾਈ ਬਣਾਉਣ ਦੇ। ਫਿਰ ਗੋਡੇ ਵੀ ਛਿੱਲੇ ਗਏ, ਪੈਰਾਂ 'ਤੇ ਛਾਲੇ ਵੀ ਪੈ ਗਏ, ਪਰ ਇਹ ਹੁੰਦਾ ਕਿ ਯਾਰ ਤੁਸੀਂ ਚੰਗੀ ਫਿਲਮ ਬਣਾ ਰਹੇ ਹੋ ਨਾ, ਫਿਰ ਤੁਹਾਨੂੰ ਕੁਛ ਦਿਖਦਾ ਨਹੀਂ। ਹਰ ਫਿਲਮ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੁੰਦੀ ਹੈ, ਪਰ ਜਿਹੜੀ ਫਿਲਮ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਹਦੀਆਂ ਖਾਸ ਵਜ੍ਹਾਵਾਂ ਬਹੁਤ ਸਾਰੀਆਂ ਨੇ। ਕੁਝ ਖੁਸ਼ੀ ਦਿੰਦੀਆਂ ਨੇ, ਕੁਝ ਪੰਜਾਬ ਨੂੰ ਦਰਸਾਉਂਦੀਆਂ ਨੇ ਅਤੇ ਕੁਝ ਕਿਤੇ ਨਾ ਕਿਤੇ ਮਾਯੂਸ ਅਤੇ ਉਦਾਸੀ ਦੇ ਜਾਂਦੀਆਂ ਨੇ। ਫਿਲਮ ਹੈ ਸਾਡੇ ਵਾਲੇ। ਸੋ ਦੀਪ ਸਿੱਧੂ ਦੀ ਫਿਲਮ ਹੈ। ਦੀਪ ਸਿੱਧੂ ਦੇ ਨਾਲ ਹੋਰ ਵੀ ਬਹੁਤ ਅਹਿਮ ਜਿਹੜੇ ਹੈਗੇ ਨੇ ਕਿਰਦਾਰ ਨੇ, ਜਿਨ੍ਹਾਂ ਵਿੱਚੋਂ ਇੱਕ ਨੇ ਸੁਖਦੀਪ ਸੁਖ, ਯਾਰੀ, ਰਿਸ਼ਤੇ, ਕਬੱਡੀ, ਪੰਜਾਬ, ਹਰ ਇੱਕ ਚੀਜ਼ ਨੂੰ ਉਹਨਾਂ ਨੇ ਫਰੇਮ ਕੀਤਾ ਹੈ ਆਪਣੇ ਥਰੂ ਸਕਰੀਨ ਦੇ ਉੱਤੇ। ਸੋ ਬਹੁਤ ਬਹੁਤ ਸਵਾਗਤ ਕਰਨਾ ਚਾਹਾਂਗੇ। ਸਭ ਤੋਂ ਪਹਿਲੇ ਮੁਬਾਰਕਾਂ ਫॉर द ਫਿਲਮ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਸੋ ਜਦੋਂ ਫਿਲਮ ਦਾ ਅਨਾਊਂਸਮੈਂਟ ਹੋਈ ਰਿਲੀਜ਼ਿੰਗ ਡੇਟ ਦੀ, ਦਿਨ ਹੁਣ ਟ੍ਰੇਲਰ ਵੀ ਆ ਚੁੱਕਿਆ, ਹੁਣ ਤਾਂ ਪਹਿਲਾ ਫੀਲ ਕੀ ਹੈ ਮਾਈਂਡ ਦੇ ਵਿੱਚ, ਕੀ ਚੱਲ ਰਿਹਾ? ਆਈ ਐਮ ਸ਼ੋਰ ਕਿ ਮਿਕਸ ਫੀਲਿੰਗ ਹੀ ਹੋਏਗੀ ਸਾਰਿਆਂ ਵਾਂਗੂ। ਇੱਕ ਮੈਂ ਗੱਲ ਕਹਿੰਦਾ ਮਿਕਸ ਫੀਲਿੰਗ ਹੈ। ਮੈਂ ਕੁਛ ਥੋੜ੍ਹਾ ਜਿਹਾ ਮੈਂ ਕਹਿੰਦਾ ਨਾ ਅਪਸੈਟਿੰਗ ਜਿਹਾ ਫੀਲ ਹੈ। ਬੜਾ ਅਜੀਬ ਜਿਹਾ ਇੱਕ ਐਨਵਾਇਰਨਮੈਂਟ ਹੈ। ਕਦੀ ਕਦੀ ਇਹ ਲੱਗਦਾ ਕਿ ਦਿਸ ਇਜ਼ ਅ ਲਿਟਲ ਬੈਡ ਡਰੀਮ, ਇਟ ਵਿਲ ਬੀ ਓਵਰ ਵੈਰੀ ਸੂਨ। ਅਨਫੋਰਚੂਨੇਟਲੀ ਇਜ਼ ਨਾਟ ਅ ਬੈਡ ਡਰੀਮ, ਦਿਸ ਇਜ਼ ਰੈਲਿਟੀ। ਤੁਹਾਨੂੰ ਕਈ ਵਾਰ ਜ਼ਿੰਦਗੀ 'ਚ ਤੁਹਾਨੂੰ ਜੀਣਾ ਪੈਂਦਾ। ਕੁਝ ਇਹੋ ਜਿਹੇ ਕੌੜੇ ਦੇਰ ਇਜ਼ ਸਮ ਬਿਟਰ ਪਿਲਸ ਟੂ ਸਵਾਲੋ। ਦੀਪ ਦਾ ਜਾਣਾ ਇਸ ਦੁਨੀਆ ਦਾ ਮੇਰੀ ਜ਼ਾਤੀ ਤੌਰ 'ਤੇ ਮੈਨੂੰ ਬਹੁਤ ਵੱਡੀ ਘਾਟ ਹੈ। ਦੇਖੋ ਫਿਲਮਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਜ਼ਿੰਦਗੀ ਬਹੁਤ ਵੱਡੀ ਹੈ, ਇਨਸਾਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ, ਇਨਸਾਨੀਅਤ ਬਹੁਤ ਜ਼ਰੂਰੀ ਹੈ। ਸਭ ਤੋਂ ਵੱਧ ਮਨੁੱਖ ਜ਼ਰੂਰੀ ਹੈ। ਮਨੁੱਖ ਕੀ ਕਰਦਾ ਉਹ ਦੂਸਰੀ ਗੱਲਾਂ, ਮੈਂ ਕੋਈ ਕਿੱਤਾ ਕਰਦਾ, ਫਿਲਮਾਂ ਕਰਦਾ, ਉਹ ਮੇਰੀ ਜ਼ਿੰਦਗੀ ਦਾ ਛੋਟਾ ਜਿਹਾ ਹਿੱਸਾ ਹੈ। ਉਹ ਫਿਲਮਾਂ ਮੇਰੀ ਜ਼ਿੰਦਗੀ ਨੂੰ, ਮੈਂ ਉਹਨੂੰ ਬਹੁਤ ਪਿਆਰ ਕਰਦਾ, ਬਟ ਇਨਸਾਨ ਤੋਂ ਵੱਧ ਨਹੀਂ। ਸੋ ਅੱਜ ਜੇ ਇੱਥੇ ਮੈਂ ਹੈਗਾ ਅਤੇ ਉਹਦਾ ਬਹੁਤ ਵੱਡਾ ਕਾਰਨ ਦੀਪ ਬਾਈ ਆ, ਕਿਉਂਕਿ ਜੇ ਦੀਪ ਬਾਈ ਨਾ ਹੁੰਦਾ, ਉਹਦੀ ਸਪੋਰਟ ਨਾ ਹੁੰਦੀ, ਸਾਡੇ ਵਾਲੇ 'ਚ ਇੱਥੇ ਨਾ ਹੁੰਦੀ। ਬਿਕੋਜ਼ ਹੀ ਵਾਜ਼ ਅ ਪਿਲਰ ਟੂ ਸਟਰੈਂਥ, ਹੀ ਵਾਜ਼ ਅ ਮੇਨ ਡਰਾਈਵਿੰਗ ਫੋਰਸ ਟੂ ਅਸ। ਬਾਕੀ ਅਸੀਂ ਸਾਰੇ, ਮੈਂ, ਮਨਦੀਪ ਬਾਈ, ਸਿਮਰ ਬਾਈ, ਸਾਗਾ ਸਟੂਡੀਓਜ਼ ਹੈ ਨਾ, ਅਤੇ ਆਪਣੇ ਨਾ ਸਾਰੇ ਸਾਡੇ ਨਾਲ ਸੀ। ਬਟ ਦੀਪ ਬਾਈ ਜਿਹੜਾ ਸੀਗਾ ਮੇਨ ਡਰਾਈਵਿੰਗ ਫੋਰਸ ਸੀਗਾ। ਜਤਿੰਦਰ ਮੋਹਰ ਨੇ ਡਾਇਰੈਕਟਡ ਦੈਟ ਫਿਲਮ, ਅਤੇ ਸਾਨੂੰ ਇਸ ਸਟੋਰੀ 'ਤੇ ਲੱਗਾ ਕਿ ਵੀ ਸ਼ੁੱਡ ਡੂ ਇਟ। ਬਿਕੋਜ਼ ਕਿਤੇ ਨਾ ਕਿਤੇ ਫਿਲਮ ਸਾਡੀ ਗੱਲ ਕਰਦੀ ਆ, ਸਾਡੇ ਪਿੰਡਾਂ ਦੀ ਗੱਲ ਕਰਦੀ। ਬਿਕੋਜ਼ ਮੈਂ ਦੀਪ ਅਸੀਂ ਇੱਕੋ ਪਿਛੋਕੜ ਤੋਂ ਆਉਣੇ ਆ, ਉਸੇ ਮਿੱਟੀ ਦੀ, ਉਸੇ ਪਿਆਰ ਮੁਹੱਬਤ ਦੀ ਗੱਲ ਕਰਦੇ ਹਾਂ। ਅਤੇ ਮੈਨੂੰ ਲੱਗਦਾ ਸੀ ਕਿ ਇਹ ਫਿਲਮ ਆਉਣੀ ਚਾਹੀਦੀ ਆ। ਬਟ ਸ਼ਾਇਦ ਇਹ ਚੀਜ਼ ਲੋਕਾਂ ਨੂੰ ਲੱਗੇ ਕਿ ਇਹ ਅਲੱਗ ਫਿਲਮ ਆ, ਲੋਕ ਕਿਤੇ ਹੋਰ ਜਾ ਕੇ ਫਿਊਟ ਕਰ ਰਹੇ ਫਿਲਮਾਂ, ਪਰ ਮੈਨੂੰ ਇਹ ਲੱਗਾ ਕਿ ਇਹ ਸਟੋਰੀ ਦੱਸਣੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਸਪੈਸ਼ਲ ਸਟੋਰੀ ਹੈ ਜੀ। ਸੋ ਸਾਡੇ ਵਾਲੇ ਦੀ ਗੱਲ ਹੋਈ ਹੈ, ਸਾਡੇ ਵਾਲੇ ਦੇ ਵਿੱਚੋਂ ਤੁਸੀਂ ਸਾਡੇ ਨਾਲ ਹੋ, ਹੈ ਨਾ। ਜਦੋਂ ਫਿਲਮ ਆਫਰ ਹੋਈ ਸੀਗੀ, ਆਈ ਐਮ ਸ਼ੋਰ ਕਿ ਪੰਜਾਬ ਦੇ ਤੁਸੀਂ ਹੈਗੇ ਹੋ, ਬੇਟੇ ਹੈਗੇ ਹੋ, ਸੋ ਫਿਲਮ ਨੂੰ ਨਾ ਕਰਨ ਦੀ ਕੋਈ ਵਜ੍ਹਾ ਨਹੀਂ ਸੀ ਬਣਦੀ। ਲੇਕਿਨ ਦੀਪ ਦੇ ਨਾਲ ਕਿਸ ਤਰ੍ਹਾਂ ਦੀਆਂ ਪਲੈਨਿੰਗਸ ਹੋਈਆਂ, ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਇੰਪਰੋਵਾਈਜ਼ ਕੀਤਾ ਗਿਆ ਫਿਲਮ ਦੇ ਲਈ ਕਿ ਹਾਂ ਆਹ ਚੀਜ਼ਾਂ ਮਸਟ ਨੇ, ਇਹ ਵਿਖਾਉਣੀਆਂ ਹੀ ਨੇ? ਕਿਉਂਕਿ ਅਸੀਂ ਵੀ ਜਾਣਦੇ ਹਾਂ ਲੋ ਬਜਟ ਫਿਲਮ ਹੈ, ਅਸੀਂ ਵੀ ਜਾਣਦੇ ਹਾਂ ਕਿ ਤੁਸੀਂ ਬਹੁਤ ਐਫਰਟਸ ਲਗਾ ਕੇ ਕੱਟ ਕੀਤਾ ਹੈ, ਬਹੁਤ ਕੁਝ ਮਤਲਬ ਤੁਸੀਂ ਜੁਗਾੜ ਵੀ ਲਗਾਏ ਨੇ, ਖੁਦ ਦਾ ਵੀ ਆਈ ਮੀਨ 100% ਕਿ 200% ਦਿੱਤਾ ਹੈ। ਸੋ ਕਿਸ ਤਰ੍ਹਾਂ ਦੀਆਂ ਡਿਸਕਸ਼ਨਸ ਚੱਲਦੀਆਂ ਸੀ ਦੀਪ ਦੇ ਨਾਲ? ਬੇਸਿਕਲੀ ਸਾਡਾ ਇੱਕ ਹੁੰਦਾ, ਮੇਰਾ ਇੱਕ ਮੰਨਣਾ ਵੀ ਫਿਲਮ ਪੈਸੇ ਨਾਲ ਨਹੀਂ ਕਦੇ ਬਣਦੀ, ਜਜ਼ਬੇ ਨਾਲ ਬਣਦੀ ਹੈ, ਹੌਸਲੇ ਨਾਲ ਬਣਦੀ। ਕਿਉਂਕਿ ਜੇ ਤੁਹਾਡੇ ਨਾਲ ਪੈਸੇ ਨਾਲ ਫਿਲਮਾਂ ਬਣਦੀਆਂ ਹੁੰਦੀਆਂ ਤਾਂ ਦੇਰ ਆਰ ਪੀਪਲ ਜੋ ਫਿਲਮਾਂ ਚੰਗੀਆਂ ਬਣਾ ਲੈਂਦੇ। ਬਹੁਤ ਲੋਕ ਨੇ ਜਿਨ੍ਹਾਂ ਨੇ ਮਤਲਬ ਬਹੁਤ ਘੱਟ ਸੀਮਤ ਚੀਜ਼ਾਂ 'ਚ ਫਿਲਮਾਂ ਨੂੰ ਬਹੁਤ ਵਰਲਡ ਵਾਈਡ ਕੀਤਾ। ਇਹ ਫਿਲਮ ਇਹ ਸਾਡਾ ਜੁਆਇੰਟ ਇੱਕ ਕੋਲੈਬੋਰੇਸ਼ਨ ਸੀ, ਐਜ਼ ਅ ਕੋ ਪ੍ਰੋਡਿਊਸਰ ਕਹਿ ਲਓ ਜਾਂ ਸੀਗਾ। ਬਿਕੋਜ਼ ਸਾਗਾ ਸਟੂਡੀਓਜ਼, ਮਨਦੀਪ ਸਿੱਧੂ, ਮਨਦੀਪ ਮੰਨਾ, ਅਸੀਂ ਜੁਆਇੰਟਲੀ ਫਿਲਮ ਨੂੰ ਤਿਆਰ ਕੀਤਾ। ਬਿਕੋਜ਼ ਵੀ ਸਟਰੋਂਗਲੀ ਬਲੀਵ ਇਨ ਦ ਕਨਵਿਕਸ਼ਨ ਆਫ ਜਤਿੰਦਰ ਮੋਹਰ। ਮੈਨੂੰ ਅਜੇ ਵੀ ਯਾਦ ਆਇਆ, ਵਾਜ਼ ਇਨ ਬੰਬੇ ਵੈਨ ਜਤਿੰਦਰ ਕਾਲਡ ਮੀ।
ਉਹਨੇ ਕਿਹਾ ਸੀ ਕਿ ਦੇयर इज़ अ ਸਟੋਰੀ ਤੇ ਇੱਕ ਬੰਦਾ ਜਿਹੜਾ ਬਹੁਤ ਪੈਸ਼ਨੇਟ ਆ ਫਿਲਮਾਂ ਵਾਸਤੇ, ਤੇ ਇਹ ਦੋ ਬੰਦੇ ਦੀ ਕਹਾਣੀ ਆ, ਤੇ ਕਹਿੰਦਾ ਵੀ ਜੇ ਤੁਸੀਂ ਇੱਕ ਫੀਡਰ ਹੈ, ਇੱਕ ਰੇਡਰ ਹੈ, ਇੱਕ ਫੀਡਰ ਹੈ, ਤੇ ਮੈਨੂੰ ਲੱਗਦਾ ਤੁਹਾਨੂੰ ਸੋਚਣੀ ਸੀ। ਜਤਿੰਦਰ ਮੋਜ਼ ਹੈਜ਼ ਅ ਕੈਲੀਬਰ ਆਫ ਟੈਲਿੰਗ ਗੁੱਡ ਸਟੋਰੀਜ਼, ਸੋ ਅਸੀਂ ਜਸਟ ਸਟਰੋਂਗਲੀ ਬਿਲੀਵ ਕੀਤਾ। ਫਿਰ ਅਸੀਂ ਬਾਈ ਦੀਪ ਨੂੰ ਮਿਲੇ ਤੇ ਇਟ ਵਾਸ ਜਸਟ ਅ ਇੰਸਟੈਂਟ, ਅਸੀਂ 20 ਦਿਨਾਂ 'ਚ ਅਸੀਂ ਫਿਲਮ ਨੂੰ ਪਲਾਨ ਕਰ ਲਿਆ, ਬਿਕੋਜ਼ ਸਾਨੂੰ ਜੱਜੀ ਕਿਉਂਕਿ ਸਾਡੀ ਗੱਲ ਕਰਦੀ ਹੈ, ਸਾਡੇ ਪਿੰਡਾਂ ਦੀ ਗੱਲ ਕਰਦੀ, ਸਾਡੀ ਮਿੱਟੀ ਦੀ ਗੱਲ ਕਰਦੀ ਹੈ, ਅਸੀਂ ਸੇਮ ਬੈਕਗਰਾਊਂਡ ਤੋਂ ਹੀ ਬਿਲੋਂਗ ਕਰਦੇ ਹਾਂ। ਪਰ ਜਦੋਂ ਤੁਹਾਨੂੰ ਇਹ ਗੱਲ ਦੱਸੀ ਜਾਂਦੀ ਹੈ ਕਿ ਯਾਰ ਤੁਹਾਡੀ ਫਿਲਮ ਦੀ ਗੱਲ ਕਰਦੀ ਹੈ, ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਦੀ, ਆਪਣੀ ਮਿੱਟੀ ਦੀ ਜਾਂ ਆਪਣੇ ਏਰੀਆ ਦੀ ਗੱਲ ਕਰੀਏ। ਸੋ ਉਸ ਮੋਹ ਤੰਦਾਂ ਦੇ ਆਲੇ ਦੁਆਲੇ ਫਿਲਮ ਹੈ, ਰਿਸ਼ਤੇ ਦੇ ਆਲੇ ਦੁਆਲੇ ਫਿਲਮ ਹੈ ਜੀ। ਸੋ ਬਠਿੰਡੇ ਦੀ ਧਰਤੀ ਤੇ ਸ਼ੂਟ ਕੀਤੀ ਗਈ ਇਹ ਫਿਲਮ ਹੈ, ਕਬੱਡੀ ਨੂੰ ਦਰਸਾਉਂਦੀ ਹੈ ਨਾ, ਸਾਡਾ ਆਪਣਾ ਖੇਡ ਹੈ ਕਬੱਡੀ। ਸੋ ਬਠਿੰਡੇ ਦੀ ਗੱਲ ਕਰੀਏ, ਉਸ ਮਿੱਟੀ ਦੀ ਗੱਲ ਕਰੀਏ, ਬਠਿੰਡੇ ਵਾਲੇ ਦੀ ਗੱਲ ਕਰੀਏ, ਕਿਉਂਕਿ ਸਟਾਰਟਿੰਗ ਦੇ ਵਿੱਚ ਕੈਮਿਸਟਰੀ ਇੱਕ ਮਤਲਬ ਆਪਣੇ ਆਪ ਦੇ ਵਿੱਚ ਚੈਲੰਜ ਹੁੰਦਾ ਹੈ, ਕਿਉਂਕਿ ਸਕਰੀਨ ਤੇ ਵੇਖਣ ਵਾਲੇ ਨੂੰ ਅਹਿਸਾਸ ਹੋਣਾ ਚਾਹੀਦਾ। ਕਿੰਨਾ ਕੁ ਟਾਈਮ ਲੱਗਿਆ ਉਹ ਅਹਿਸਾਸ ਜਗਾਉਣ ਦੇ ਵਿੱਚ? ਪਹਿਲਾ ਦਿਨ, ਪਹਿਲਾ ਸ਼ੂਟ ਕੈਂਸਲ ਹੋ ਗਿਆ, ਪਾਸ ਹੋ ਗਿਆ, ਆਈ ਮੀਨ ਹਾਊ ਇਜ਼ ਦੈਟ? ਉਹ ਇੱਕ ਤਾਂ ਸਾਨੂੰ ਕੰਫਰਟ ਜ਼ੋਨ ਇਹ ਸੀ ਕਿ ਅਸੀਂ ਆਪਣੇ ਏਰੀਆ 'ਚ ਫਿਲਮ ਸ਼ੂਟ ਕਰ ਰਹੇ ਹਾਂ, ਬਿਕੋਜ਼ ਦੀਪ ਬਾਈ ਦੇ ਸਾਡੇ, ਕਿਉਂਕਿ ਤੁਹਾਡੇ ਜੇ ਆਸ-ਪਾਸ ਤੁਹਾਨੂੰ ਲੋਕ ਜਾਣਦੇ ਆ ਨਾ, ਤਾਂ ਥਿੰਗਸ ਐਜ਼ ਅ ਪ੍ਰੋਡਕਸ਼ਨ ਵਾਈਜ਼ ਬਹੁਤ ਸੌਖੀਆਂ ਹੋ ਜਾਂਦੀਆਂ। ਬਿਕੋਜ਼ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਚੀਜ਼ ਜੋ ਪੰਜਾਬੀ 'ਚ ਲੋੜ ਆ ਉਹ ਮੈਨ ਪਾਵਰ ਦੀ ਹੁੰਦੀ ਹੈ। ਵੈਨ ਯੂ ਹੈਵ ਅ ਗੁੱਡ ਮੈਨ ਪਾਵਰ, ਵੈਨ ਯੂ ਹੈਵ ਅ ਗੁੱਡ 10 ਪੀਪਲ ਅਰਾਊਂਡ ਯੂ ਨੋ, ਫਿਲਮ ਮੇਕਿੰਗ can be a very good production house, it can be a good thing, but ਜੇ 10 ਬੰਦੇ ਮਾੜੇ ਆ ਉਹ that's even ਵਾਈਸ ਵਰਸਾ। ਸੋ ਵੀ ਹੈਵ ਗੁੱਡ ਪੀਪਲ ਅਰਾਊਂਡ, ਸਾਡੇ ਨਾਲ ਚੰਗੇ ਲੋਕ ਜੁੜੇ। ਅਸੀਂ ਮਤਲਬ ਬਹੁਤ ਤਰੀਕੇ ਨਾਲ ਪਲੈਨਿੰਗ ਕੀਤੀ, ਬਿਕੋਜ਼ ਸਾਡੇ ਕੋਲ ਉਸ ਤਰੀਕੇ ਦੇ ਨਾਲ ਰਿਸੋਰਸਿਸ ਸੀ, ਬਿਕੋਜ਼ ਸਾਡਾ ਇੱਕ ਅਲੱਗ ਸਾਡਾ ਵੀ ਆਰ ਨਾਟ ਫਰੋਮ ਬਿਗ ਪ੍ਰੋਡਕਸ਼ਨ ਹਾਊਸਿਸ, ਬਟ ਸਾਡਾ ਸਿਨੇਮਾ ਸਾਡਾ ਪੈਸ਼ਨ ਹੈ, ਅਸੀਂ ਉਸ ਪੈਸ਼ਨ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ। ਸੋ ਅਸੀਂ ਸਟਰੋਂਗਲੀ ਬਿਲੀਵ ਕੀਤਾ ਬਾਈ ਜੀ ਅਸੀਂ ਉੱਥੇ ਬਠਿੰਡੇ ਕਰਾਂਗੇ, ਬਠਿੰਡੇ ਦੀ ਫਿਲਮ ਬਠਿੰਡੇ ਸ਼ੂਟ ਕਰਨੀ ਹੈ। ਸੋ ਅਸੀਂ ਉਸ ਤਰੀਕੇ ਨਾਲ, ਜਿਸ ਤੁਸੀਂ ਦੇਖੋਗੇ ਲੈਂਡਸਕੇਪਸ ਦੇਖੋਗੇ, ਉਹ ਇੱਕ ਆਰਡੀਨਰੀ ਲੈਂਡਸਕੇਪਸ ਨਹੀਂ ਗਏ, ਉਹ ਬਠਿੰਡੇ ਦੇ ਜਾਂ ਉਸ ਇਲਾਕੇ ਦੇ ਬਹੁਤ ਡੀਪ ਰੂਟਡ ਜਾ ਕੇ ਅਸੀਂ ਉਹ ਚੀਜ਼ਾਂ ਸ਼ੂਟ ਕੀਤੀਆਂ। ਉਹ ਖੇਤ, ਉਹ ਕਬੱਡੀ ਦੇ ਮੈਦਾਨ, ਉਹ ਰੇਤਾ, ਉਹ ਮਿੱਟੀ ਨੂੰ ਮੈਂ ਆਪਣੇ ਪਿੰਡੇ ਦਾ ਪਹਿਲਾਂ ਹੀ ਬਹੁਤ ਹਟਾਇਆ। ਤਾਂ ਜਦੋਂ ਤੁਸੀਂ ਆਪਣੇ ਪਿੰਡੇ ਜਾਂਦੇ ਹੋ, ਮਿੱਟੀ ਨੂੰ ਲਾਉਣੀ, ਉਹ ਤੁਹਾਡੀ ਮਿੱਟੀ ਦੀ ਅਲੱਗ ਹੀ ਖੁਸ਼ਬੂ ਅਤੇ ਅਲੱਗ ਹੀ ਸ਼ੋਅ ਹੁੰਦੀ ਹੈ। ਸੋ ਇਹ ਸੀ ਕਿ ਸਾਨੂੰ ਇਸ ਫਿਲਮ ਨੂੰ ਬਣਾਉਣ ਲੱਗਿਆ ਕੋਈ ਬਾਹਲੀ ਦਿੱਕਤ ਨਹੀਂ ਆਈ, ਬਟ ਸਾਡਾ ਇਹ ਸੀਗਾ ਕਿ ਜੇ ਅਸੀਂ ਫਿਲਮ ਬਣਾ ਰਹੇ ਹਾਂ, ਜੋ ਅਸੀਂ ਬੋਲ ਰਹੇ ਹਾਂ, ਉਹਦੀ ਰੈਲੀਵੈਂਸ ਕੀ ਆ। ਇਸ ਫਿਲਮ ਦੇ ਵਿੱਚ ਤੁਸੀਂ ਬਾਹਲੇ ਵੱਡੇ ਲੰਮੇ ਡਾਇਲੌਗ ਨਹੀਂ ਦੇਖੋਗੇ। ਜਤਿੰਦਰ ਮੋਹਰ ਦੇ ਸਿਨੇਮੇ ਦੀ ਇਹੀ ਖੂਬਸੂਰਤੀ ਆ ਕਿ ਉਹ ਬਹੁਤ ਵੱਡੀ ਗੱਲ ਬਹੁਤ ਛੋਟੇ ਸ਼ਬਦਾਂ 'ਚ ਕਹਿ ਦਿੰਦਾ। ਜੇ ਤੁਸੀਂ ਟ੍ਰੇਲਰ ਵੀ ਦੇਖੋਗੇ ਤਾਂ ਇਟਸ ਵੈਰੀ ਸਿੱਧੇ ਜਿਹੇ ਡਾਇਲੌਗ ਨੇ, ਕੋਈ ਬਾਹਲੇ ਹੈ ਨਹੀਂ, ਕੋਈ ਲੰਮੇ ਡਾਇਲੌਗ ਨਹੀਂ ਗਏ। ਸੋ ਇਹ 'ਚ ਬੋਲੇ ਵੀ ਗਏ ਡਾਇਲੌਗ, ਮੋਰ ਓਵਰ ਕਈ ਥਾਵਾਂ 'ਤੇ ਬੋਲੇ ਵੀ ਨਹੀਂ ਗਏ, ਕਈ ਸਾਇਲੈਂਸਿਸ ਹੈਜ਼ ਸਪੀਕਨ ਲੋਟ ਆਫ ਵਰਡਸ। ਚੁੱਪ ਨੇ ਬਹੁਤ ਉੱਚੀ ਤਰ੍ਹਾਂ ਇਸ ਫਿਲਮ ਨੂੰ ਦੱਸਿਆ। ਅਖੀਰ 'ਚ ਜਦੋਂ ਤੁਸੀਂ ਸੈਕਿੰਡ ਹਾਫ ਦੇਖੋਗੇ, ਚੁੱਪ ਨੇ ਬਹੁਤ ਵੱਡਾ ਪਲੇ ਕੀਤਾ, ਕਿਉਂਕਿ ਕਈ ਵਾਰ ਪਿੰਡਾਂ ਦੀਆਂ ਕੁਝ ਨੁਆਇੰਸਿਸ ਹੁੰਦੀਆਂ, ਪਿੰਡ ਸਾਡੇ ਮਾਲਵੇ ਦੇ ਲੋਕਾਂ ਦੇ ਵਿੱਚ ਕੁਝ ਬੋਡੀ ਜੈਸਚਰਸ ਹੁੰਦੇ ਨੇ, ਕੁਝ ਸ਼ਬਦ ਹੁੰਦੇ ਨੇ, ਕੁਝ ਤੌਰ ਤਰੀਕੇ ਹੁੰਦੇ ਨੇ, ਕੁਝ ਅੱਖਾਂ ਮੋਹਰਾਂ ਦੇ ਪੈਸੇ, ਕੁਝ ਸ਼ੋਅ ਦੇ ਕੁਝ ਅਲੱਗ ਤਰੀਕੇ, ਉਹਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ ਗਿਆ। ਜੀ। ਸੋ ਤੁਹਾਡੀ ਤੇ ਦੀਪ ਦੀ ਗੱਲ ਕਰੀਏ ਹੈ ਨਾ, ਔਨ ਸਕਰੀਨ ਕੈਮਿਸਟਰੀ ਤਾਂ ਲਾਜਵਾਬ ਨਜ਼ਰ ਆ ਰਹੀ ਹੈ, ਜਿੱਥੇ ਕਿਤੇ ਨਾ ਕਿਤੇ ਇੱਕ ਵਿਤਕਰਾ ਪੈ ਗਿਆ, ਉਹ ਵੀ ਦਿਲ ਨੂੰ ਚੁੱਭਿਆ ਹੈ ਨਾ। ਸੋ ਰੀਅਲ ਲਾਈਫ ਬੌਂਡ ਕਿਸ ਤਰ੍ਹਾਂ ਕੰਪੈਟੇਬਿਲਿਟੀ ਬਿਠਾਈ ਫਿਲਮ ਦੇ ਲਈ, ਕਰੈਕਟਰਸ ਦੇ ਲਈ ਤੁਸੀਂ ਤਾਂ ਦੀਪ ਨੇ ਆਪਸ ਦੇ ਵਿੱਚ, ਔਰ ਕਿੰਨੇ ਦਿਨ ਲੱਗ ਗਏ ਇਸ ਪ੍ਰੋਸੈਸ ਨੂੰ ਹੋਣ ਦੇ ਵਿੱਚ? ਐਕਚੁਅਲੀ ਅਸੀਂ ਫਿਲਮ ਨੂੰ ਇੰਝ ਸ਼ੂਟ ਨਹੀਂ ਕੀਤਾ, ਮੈਨੂੰ ਆਈ ਕੈਨ ਰੀਅਲੀ ਕਲੀਅਰਲੀ ਐਜ਼ ਅ ਡੇ, ਇਹ ਅਸੀਂ ਪ੍ਰੀ ਪ੍ਰੋਡਕਸ਼ਨ ਐਕਚੁਅਲੀ 4 ਮਹੀਨੇ ਚੱਲੀ, ਕਿਉਂਕਿ ਜਤਿੰਦਰ ਇਜ਼ ਵੈਰੀ ਪਾਰਟੀਕੂਲਰ। ਉਹ ਇੱਕ ਟਿੱਪੀ ਵੀ ਅਸੀਂ ਉੱਪਰ ਥੱਲੇ ਕਰਦੀ, ਉਹਦੇ 'ਤੇ ਵੀ ਹੁੰਦਾ ਵੀ ਇੰਝ ਨਹੀਂ, ਇੰਝ ਬੋਲੋ, ਕਿਉਂਕਿ ਕੁਝ ਸੀਨਾਂ ਦੇ ਸੁਰ ਹੁੰਦੇ ਨੇ, ਕੁਝ ਡਾਇਲੌਗ ਦੇ ਸੁਰ ਹੁੰਦੇ ਨੇ, ਉਸ ਸੁਰ ਨੂੰ ਫੜਨਾ ਪੈਂਦਾ ਨਾ। ਉਸ ਕਰਕੇ ਮੇਰਾ ਚੱਲਿਆ। ਫਿਰ ਕਬੱਡੀ ਦਾ ਪਾਰਟ ਸੀਗਾ, ਬਿਕੋਜ਼ ਅਸੀਂ ਕਬੱਡੀ ਖੇਡੀ ਹੈ, ਕਬੱਡੀ ਦਾ ਇੱਕ ਬਹੁਤ ਵੱਡਾ ਜੰਕਚਰ ਹੈ ਇਸ ਫਿਲਮ 'ਚ। ਪਹਿਲਾ ਪਾਰਟ ਕਬੱਡੀ 'ਚ ਹੀ ਆ। ਅਸੀਂ ਇਹ ਵੀ ਨਹੀਂ ਲੱਗਣਾ ਚਾਹੁੰਦੇ ਸੀ ਕਿ ਕਬੱਡੀ ਆਊਟ ਆਫ ਪਲੇਸ ਲੱਗੇ ਸਾਡੇ ਬੋਡੀ 'ਚ ਪੋਸਚਰ। ਫਿਰ ਮੈਂ ਸੀਗਾ, ਫਿਰ ਪਿੰਡ 'ਚ ਜਾ ਕੇ ਮੈਂ ਕਬੱਡੀ ਵਾਲੇ ਲੋਕਾਂ ਨੂੰ ਮਿਲਿਆ। ਫਿਰ ਮੈਂ ਪਹਿਲਾਂ 4 ਦਿਨ ਕਬੱਡੀ ਦੇਖੀ, ਫਿਰ ਮੈਂ ਕਿਹਾ ਬਈ ਯਾਰ, ਮੈਂ ਕਹਿੰਦਾ ਬਈ ਮੈਂ ਬਾਂਹ ਬੂਹ ਨਾ ਤੜਾ ਲਈ, ਕਿਉਂਕਿ ਕਬੱਡੀ ਬੜਾ ਫਿਜ਼ੀਕਲੀ ਐਗਜ਼ੌਸਟਿੰਗ ਆ। ਪਰ ਮੈਂ ਕਿਹਾ ਨਹੀਂ ਯਾਰ, ਮੈਂ ਕਰਨਾ। ਪਰ ਹੌਲੀ ਹੌਲੀ ਸਟੈਪਿੰਗ ਇਨ ਦ ਸ਼ੂਜ਼, ਹੌਲੀ ਹੌਲੀ ਫਿਰ ਇਟ ਟੁੱਕ ਮੀ ਅ ਮੰਥ ਐਂਡ ਹਾਫ, ਬਟ ਫਿਰ ਮੈਂ ਉਸ ਚੀਜ਼ਾਂ ਨੂੰ ਸਿੱਖ ਗਿਆ, ਕਿਉਂਕਿ ਤੁਹਾਡੇ ਮੈਨਰਿਜ਼ਮ ਹੁੰਦੇ ਆ ਐਂਡ ਦੇ ਆਰ ਵੈਰੀ ਪਾਰਟੀਕੂਲਰ। ਤੁਸੀਂ ਗੁੱਟ ਕਿਵੇਂ ਫੜਨਾ, ਤੁਸੀਂ ਲੱਕ ਕਿਵੇਂ ਫੜਨਾ, ਤੁਸੀਂ ਕੈਂਚੀ ਕਿਵੇਂ ਮਾਰਨੀ ਆ, ਤੁਸੀਂ ਗਿੱਟੇ ਨੂੰ ਕਿਵੇਂ ਪੈਣਾ, ਐਂਡ ਉਹ ਕਿਉਂਕਿ ਉਹ ਇੰਝ ਨਹੀਂ ਲੱਗਣਾ ਚਾਹੀਦਾ ਯਾਰ ਇੰਝ ਹੀ ਹਾਇਆ ਇੰਝ, ਕਿਉਂਕਿ ਜੇ ਉਹ ਫਿਲਮ 'ਚ ਇੱਕ ਸੀਨ, ਕੁਛ ਚੀਜ਼ਾਂ ਇਹੋ ਜਿਹੀਆਂ ਜਿੱਥੇ ਜੱਦੋ ਜਹਿਦ ਹੋ ਰਹੀ ਹੈ, ਉਹ ਤੁਹਾਨੂੰ ਜੱਦੋ ਜਹਿਦ ਲੱਗੂਗੀ। ਉਹ ਇਹ ਨਹੀਂ ਲੱਗੂਗੀ ਵੀ ਉਹ ਗੁੱਟ ਫੜਿਆ ਅਤੇ ਗੁੱਟ ਤੋਂ ਦੇਤਾ, ਉਹ ਲੱਗੂਗਾ ਕਿ ਉਹ ਚੀਜ਼ ਹੋਈ ਹੈ।
ਬਟ ਕਿਉਂਕਿ ਤੁਸੀਂ ਉਸ ਚੀਜ਼ 'ਚ ਹੁੰਨੇ ਹੋ, ਤੁਹਾਨੂੰ ਸੈਂਸ ਆ ਜਾਂਦੀ ਹੈ, ਕਿਉਂਕਿ ਕਰੈਕਟਰ ਕਬੱਡੀ ਪਲੇਅਰ ਦੇ ਕੁਝ ਬੋਡੀ ਹੁੰਦੇ ਆ। ਲੱਕੀਲੀ ਮੈਂ ਕਹਿ ਰਿਹਾ, ਫਿਜ਼ੀਕ ਵਾਈਜ਼ ਮੀ ਐਂਡ ਦੀਪ ਆਰ ਔਨ ਸੇਮ ਵੇਵ ਲੈਂਥ। ਦੀਪ ਦਾ ਤਾਂ ਮੇਰਾ ਉਹ ਪਰਫੈਕਟ ਰੇਡਰ ਲੱਗ ਰਿਹਾ, ਮੈਂ ਪਰਫੈਕਟ ਫੀਟਰ ਲੱਗ ਰਿਹਾ, ਕਿਉਂਕਿ ਜਿਹੜਾ ਬੰਦਾ ਰੱਖਦਾ ਨਾ ਉਹ ਥੋੜਾ ਭਾਰਾ ਹੁੰਦਾ, ਜਿਹੜਾ ਬਾਈ ਦੀਪ ਦੀ ਅਜਾਇਲ ਬੋਡੀ ਹੈ। ਸੋ ਸਾਡੇ ਲਈ ਇੱਕ ਹੋ ਗਿਆ, ਪਰ ਤੁਹਾਨੂੰ ਉਹ ਬੋਡੀ ਮੈਨਰਿਜ਼ਮ ਸਿੱਖਣ ਲਈ ਤੁਹਾਨੂੰ ਟਾਈਮ ਲੱਗਦਾ, ਕਿਉਂਕਿ ਉਹਦੇ ਲਈ ਤੁਹਾਡੀ ਇੱਕ ਮਿਹਨਤ ਹੁੰਦੀ ਹੈ, ਬਾਕੀ ਚੀਜ਼ਾਂ ਹੋ ਜਾਂਦੀਆਂ। ਪਰ ਮੈਨੂੰ ਇਹ ਚੀਜ਼ ਦਾ ਹੈ ਕਿ ਜਦੋਂ ਤੁਸੀਂ ਦੇਖੋਗੇ ਲੱਗੂਗਾ ਨਹੀਂ ਯਾਰ ਕਿ ਇੱਕ ਐਵੇਂ ਜੇ ਹੋ ਗਿਆ ਕੰਮ। ਸੋ ਇੰਨੀ ਮਿਹਨਤ ਕੀਤੀ ਗਈ ਹੈ। ਜਦੋਂ ਤੁਸੀਂ ਕਿਹਾ ਕਿ ਮੈਂ ਬਹੁਤ ਪਰਟੀਕੂਲਰ ਹਾਂ, ਦੀਪ ਬਾਰੇ ਵੀ ਅਸੀਂ ਜਾਣਦੇ ਸੀ ਵੀ ਉਹਨਾਂ ਨੂੰ ਟਿਪੀਕਲ ਚੀਜ਼ ਚਾਹੀਦੀ ਹੁੰਦੀ ਹੈ। ਸੋ ਸੀਨਸ ਵੀ ਕੈਂਸਲ ਹੋਏ ਨੇ, ਪਹਿਲੀ ਫਿਲਮਾਂ ਦੇ ਵਿੱਚ ਕੁਝ ਅਜਿਹਾ ਹੁੰਦਾ ਸੀ ਕਿ ਮਜ਼ਾ ਨਹੀਂ ਸੀ ਆਉਂਦਾ ਤਾਂ ਸੀਨ ਕੈਂਸਲ ਹੋ ਜਾਂਦਾ ਸੀ। ਹਾਂ, ਇੱਕ ਪਹਿਲਾਂ ਰੀਸ਼ੂਟ ਹੋ ਜਾਂਦਾ ਸੀ, ਪਹਿਲਾ ਸੀਨ ਪਹਿਲੇ ਡੇ ਚੇਂਜ ਹੀ ਹੋਇਆ ਸੀ, ਪਹਿਲੇ ਦਿਨ ਹੋ ਗਿਆ ਸੀ ਸ਼ੂਟ ਕੀਤਾ, ਤੇ ਉਹ ਅਨਫੋਰਚੂਨੇਟਲੀ ਉਹ ਲੋਕ ਆ ਜਾਂਦੇ ਆ। ਬਠਿੰਡੇ ਸ਼ੂਟਾਂ ਫਿਲਮ ਘੱਟ ਸ਼ੂਟ ਹੁੰਦੀ ਹੈ ਨਾ, ਤੇ ਉਹ ਬੜੇ ਈਗਰ ਹੋ ਗਏ, ਅਸੀਂ ਸ਼ੂਟ ਕਰਨਾ ਸੀ ਇਕੱਲੇ, ਉਹ ਘੱਟੋ ਘੱਟ 100 ਬੰਦਾ ਇਕੱਠਾ ਹੋ ਗਿਆ, ਫਿਰ ਉਹ ਸੀਨ ਨਹੀਂ ਹੁੰਦਾ। ਜਦੋਂ ਤੁਸੀਂ ਫਿਰ ਉਹ ਕਹਿੰਦੇ ਵੀ ਅਸੀਂ ਕੀਤਾ, ਫਿਰ ਅਸੀਂ ਰਾਤ ਵੀ ਸਿਟ ਐਂਡ ਟਾਕ ਕਿ ਕਹਿੰਦਾ ਬਈ ਦੂਜਾ ਸੀਨ ਠੀਕ ਹੋ ਗਿਆ, ਪਹਿਲਾਂ ਆਪਾਂ ਰੀਸ਼ੂਟ ਕਰਨਾ, ਫਿਰ ਅਸੀਂ ਵੀ ਜਸਟ ਵੈਂਟ ਥਰੂ। ਫਿਰ ਇਟ ਟੁਕ ਐਨ ਐਕਟਰ 2-3 ਡੇਜ਼ ਟੂ ਵਾਰਮ ਅਪ, ਟੂ ਗੈਟ ਇਨ ਦ ਸਕਿਨ। ਤੁਹਾਡੇ ਆਪਣੇ ਕੋ ਐਕਟਰਸ ਨਾਲ ਤੁਹਾਡੀ ਬੌਂਡਿੰਗ ਹੋ ਜਾਂਦੀ। ਤੁਸੀਂ ਇੱਕ ਆਮ ਜ਼ਿੰਦਗੀ 'ਚ ਵਿਚਰਦੇ ਹੋ, ਉਹ ਇੱਕ ਅਲੱਗ ਚੀਜ਼ ਹੈ। ਤੁਸੀਂ ਜਦੋਂ ਤੁਸੀਂ ਐਕਟਿੰਗ ਕਰਦੇ ਹੋ, ਅਲੱਗ ਚੀਜ਼ ਆ। ਆਮ ਤੌਰ 'ਤੇ ਮੈਨੂੰ ਮੰਨਣਾ ਹੈ, ਇੱਕ ਆਮ ਐਕਟਰ ਨੂੰ, ਇੱਕ ਚੰਗੇ ਐਕਟਰ ਨੂੰ ਵੀ ਦੂਜੇ ਤੀਜੇ ਦਿਨ ਆਪਣੇ ਸੀਨ ਦੀ, ਆਪਣੇ ਕਰੈਕਟਰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਅਖੀਰ ਤੱਕ ਉਹ ਆਪਣੇ ਕਰੈਕਟਰ ਨੂੰ ਪੂਰਾ ਨਿਭਾ ਦਿੰਦਾ। ਸ਼ੁਰੂ ਦੇ ਹਮੇਸ਼ਾ 2-3 ਦਿਨ ਮੈਨੂੰ ਲੱਗਦਾ ਟ੍ਰਿਕੀ ਹੁੰਦੇ ਆ। ਮੇਰਾ ਇੱਕ ਜ਼ਾਤੀ ਸੋਚ ਹੈ, ਮੈਂ ਸ਼ਾਇਦ ਗਲਤ ਵੀ ਹੋ ਸਕਦਾ, ਪਰ ਮੋਸਟ ਆਫ ਐਕਟਰਸ ਇਸ ਨੂੰ ਰੈਲੇਵੈਂਸ ਕਰਨੇ ਵੀ ਪਹਿਲੇ 2 ਦਿਨ ਥੋੜ੍ਹੇ ਟ੍ਰਿਕੀ ਹੁੰਦੇ ਤੁਹਾਡੇ ਐਜ਼ ਐਨ ਐਕਟਰ। ਸੋ ਤੁਸੀਂ ਪਹਿਲੇ ਕਹਿ ਚੁੱਕੇ ਹੋ ਕਿ ਟੀਮ ਵਰਕ ਬਹੁਤ ਜ਼ਰੂਰੀ ਹੁੰਦਾ, ਮੈਨ ਪਾਵਰ ਬਹੁਤ ਇੰਪੋਰਟੈਂਟ ਹੁੰਦੀ ਹੈ ਨਾ। ਤੇ ਇਹ ਇੱਕ ਟਾਈਮ ਫਿਰ ਇਹੋ ਜਿਹਾ ਆ ਗਿਆ ਜਿੱਥੇ ਡਾਇਰੈਕਟਰ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਕੋਈ ਕਲਾਕਾਰ ਨਹੀਂ ਹੈ, ਹੁਣ ਕੋਈ ਫਿਲਮ ਨਹੀਂ ਹੈ, ਸਿਰਫ ਕਬੱਡੀ ਦਾ ਮੈਦਾਨ ਹੈ ਤੇ ਖਿਡਾਰੀ ਨੇ। ਸੋ ਅਸਲ 'ਚ ਰੇਡਾ ਪੈਣ ਗਿਆ, ਅਸਲ 'ਚ ਕਬੱਡੀ ਖੇਡੀ ਜਾਏਗੀ। ਹਾਂਜੀ, ਇਹ ਹੋਇਆ ਸੀ। ਅਸੀਂ ਜਦੋਂ ਲਾਸਟ ਡੇ ਸ਼ੂਟ ਸੀਗਾ, ਸੋ ਅਸਾਂ ਆਲਮੋਸਟ ਫਿਲਮ ਕੰਪਲੀਟ ਸੀਗੀ। ਤੁਸੀਂ ਕੁਝ ਮੋਨੋਲੋਗ ਜਾਂ ਲੈਣੇ ਹੁੰਦੇ, ਤੁਸੀਂ ਜਾਂ ਕੁਝ ਉਹਦੇ ਲਈ ਆਪਣੇ ਲੈਣੇ ਹੁੰਦੇ। ਸੋ ਮੈਨੂੰ ਅਜੇ ਤੱਕ ਕਲੀਅਰਲੀ ਯਾਦ ਆ 2-2:30 ਵੱਜ ਗਏ ਸੀ ਤੇ 3 ਕੈਮਰੇ ਲੱਗੇ। ਜਿਤਨ ਨੇ ਕਹਿਤਾ ਸੀ, ਕਹਿੰਦਾ ਯਾਰ ਇੰਝ ਹੈ ਵੀ ਹੁਣ ਕੋਈ ਐਕਟਰ ਨਹੀਂ ਗਾ ਤੇ ਕੋਈ ਮਤਲਬ ਰੀਅਲ ਨਹੀਂ ਗਾ। ਜੇ ਤੁਸੀਂ ਚਾਹੁੰਦੇ ਹੋ ਵੀ ਇਹ ਕਬੱਡੀ ਚੱਲੇ ਤਾਂ ਆਪਣੇ ਕੋਲ ਮੋਟਾਜਿਸ ਮਿਲ ਜਾਣਗੇ। ਅਸੀਂ ਕਿਹਾ ਬਈ ਆਉਣ ਦਿਓ। ਫਿਰ ਆਡੀਅנס ਤੁਹਾਨੂੰ ਫਿਰ ਉਹ ਦਿੰਦੀ। ਆਡੀਅנס ਨੂੰ ਨਹੀਂ ਪਤਾ ਲੱਗਦਾ ਕਈ ਵਾਰ ਵੀ ਐਕਟਰ ਕੌਣ। ਉਹਦੇ ਲਈ ਮੈਂ ਬਿੱਕਰ ਹੀ ਹਾਂ, ਬਿਕੋਜ਼ ਪਿੱਛੇ ਚੱਲ ਰਿਹਾ ਨਾ, ਉਹ ਸਪੀਕਰ ਲਾ ਰਿਹਾ, ਉਹ ਇੰਝ ਲੱਗ ਰਿਹਾ ਵੀ ਜਿਵੇਂ ਮਿਲ ਆ। ਫਿਰ ਉਹ ਪਿੱਛੋਂ ਤੁਹਾਨੂੰ ਦਿੰਦੇ ਆ। ਪਰ ਮੈਂ ਕਿਹਾ ਬਾਈ ਇੰਝ ਆ ਵੀ ਯਾਰ ਤੂੰ ਮੇਰੇ ਲਈ ਦੀਪ ਨਹੀਂ ਤਾਂ ਮੈਂ ਤੇਰੇ ਲਈ ਸੁਖਦੀਪ ਨਹੀਂ, ਤੂੰ ਮੇਰੇ ਲਈ ਮਨਜੀਤ ਆ ਮੈਂ ਤੇਰੇ ਲਈ ਬਿੱਕਰ ਹਾਂ। ਬਾਈ ਜੇ ਮੇਰੇ ਸੱਟ ਲੱਗ ਗਈ ਤਾਂ ਮੈਂ ਤੈਨੂੰ ਕੁਝ ਨਹੀਂ ਕਹਿਣਾ, ਜੇ ਤੇਰੇ ਲੱਗ ਜਾਂਦਾ ਬਾਈ ਫਿਰ ਆਉਣ ਦੇ। ਫਿਰ ਗੋਡੇ ਵੀ ਛਿੱਲੇ ਗਏ, ਪੈਰਾਂ 'ਤੇ ਛਾਲੇ ਵੀ ਪੈ ਗਏ। ਪਰ ਇਹ ਹੁੰਦਾ ਗਿਆ ਤੁਸੀਂ ਚੰਗੀ ਫਿਲਮ ਬਣਾ ਰਹੇ ਹੋ ਨਾ, ਫਿਰ ਤੁਹਾਨੂੰ ਕੁਝ ਦਿਖਦਾ ਨਹੀਂ। ਫਿਰ ਉਹ ਚੱਲੀ, ਫਿਰ ਗਿੱਟੇ ਫੜੇ ਵੀ ਗਏ, ਮੈਂ ਗੋਟੇ ਫੜਾ ਵੀ ਲਿਆ ਕਈ ਵਾਰ ਕਿ ਦੂਜੇ ਐਕਚੁਅਲੀ ਫੜਿਆ ਗਿਆ ਕਈ ਲੋਕਾਂ ਦਾ, ਪਰ ਕਈ ਵਾਰ ਛੁੱਟ ਵੀ ਗਿਆ। ਪਰ ਉਹ ਚੀਜ਼ਾਂ ਫਿਰ ਤੁਸੀਂ ਪਰਦੇ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ। ਖਿਡਾਰੀਆਂ ਦੀ ਜ਼ਿੰਦਗੀ ਵੀ ਬਹੁਤ ਮੁਸ਼ਕਿਲ ਹੁੰਦੀ ਹੈ, ਫਾਇਦਾ ਚੁੱਕਣ ਵਾਲੇ ਬਹੁਤ ਹੁੰਦੇ ਨੇ, ਦੋਸਤੀ ਦਾ, ਖਿਡਾਰੀ ਦਾ, ਇਨਸਾਨ ਦਾ। ਫਿਲਮ ਦੇ ਵਿੱਚ ਵੀ ਰਿਸ਼ਤਿਆਂ ਨੂੰ ਕੁਛ ਇਸ ਤਰ੍ਹਾਂ ਬੁਣਿਆ ਗਿਆ ਹੈ ਨਾ। ਤੇ 2 ਦੋਸਤ ਨੇ, ਮਤਲਬ ਜੂੰਡੀ ਦੇ ਜਿਹਨਾਂ ਨੂੰ ਆਪਾਂ ਯਾਰ ਕਹਿੰਦੇ ਆ, ਇੱਕੋ ਦਮ ਕੁਛ ਲੋਕਾਂ ਦੀ ਇਨਵੋਲਵਮੈਂਟ ਕਰਕੇ ਵਿੱਚ ਇੱਕ ਦੀਵਾਰ ਬਣ ਜਾਂਦੀ ਹੈ। ਆਈ ਮੀਨ ਇਹ ਤੁਸੀਂ ਕਿਸ ਤਰ੍ਹਾਂ ਰਿਸ਼ਤਿਆਂ ਨੂੰ ਵੇਖਦੇ ਹੋ? 2 ਯਾਰ ਹੀ ਜਦੋਂ ਆਮੋ ਸਾਹਮਣੇ ਹੋ ਜਾਂਦੇ ਆ। ਤੁਸੀਂ ਫਿਲਮ ਦੀ ਗੱਲ ਕਰੋਗੇ, ਜ਼ਾਤੀ ਜ਼ਿੰਦਗੀ ਦੀ ਗੱਲ ਕਰੋ? ਮੈਂ ਫਿਲਹਾਲ ਫਿਲਮ ਦੀ ਗੱਲ ਕਰਾਂ। ਹਾਂ, ਫਿਲਮ ਦੇ ਵਿੱਚ ਇਹੀ ਹੈ ਕਿ ਤੁਹਾਡੇ ਪਿੰਡਾਂ ਦੇ ਵਿੱਚ ਬੇਸਿਕਲੀ ਸ਼ਹਿਰਾਂ ਅਤੇ ਪਿੰਡਾਂ ਦੀ ਜ਼ਿੰਦਗੀ 'ਚ ਇੱਕ ਫ਼ਰਕ ਹੈ ਕਿ ਪਿੰਡਾਂ ਦੇ ਲੋਕ ਅੱਜ ਵੀ ਆਸੇ-ਪਾਸੇ ਪਰਿਵਾਰਾਂ 'ਚ, ਗੁਆਂਢੀਆਂ 'ਚ ਕਨਵਰਸੇਸ਼ਨ ਕਰਦੇ ਨੇ, ਗੱਲ ਹੁੰਦੀ ਹੈ, ਡਾਇਲੌਗ ਹੁੰਦਾ, ਦੁੱਖ ਸੁੱਖ ਹੁੰਦਾ। ਅਨਫੋਰਚੂਨੇਟਲੀ ਸ਼ਹਿਰਾਂ 'ਚ ਇੱਕ ਚੀਜ਼ ਘਟ ਗਈ ਹੈ। ਜਦੋਂ ਪਿੰਡਾਂ ਦੀ ਗੱਲ ਕਰਦੇ ਹੋ, ਮੈਂ ਬਹੁਤ ਵੱਡਾ ਸਮਾਂ ਪਿੰਡਾਂ 'ਚ ਗੁਜ਼ਾਰਿਆ। ਮੈਂ ਆਪਣੇ ਪਿੰਡਾਂ ਦੇ ਲੋਕਾਂ ਦੀ ਗੱਲ ਕਰਦਾ। ਮੈਂ ਅੱਜ ਵੀ ਉਹ ਬੋਲੀ ਬੋਲਦਾ ਜੋ ਮੇਰਾ ਦਾਦਾ ਬੋਲਦਾ ਰਿਹਾ, ਜੋ ਮੇਰਾ ਪੜਦਾਦਾ ਬੋਲ ਰਿਹਾ। ਕਿਉਂਕਿ ਤੁਹਾਡੇ 'ਚੋਂ ਤੁਹਾਡੀ ਮਾਂ ਨੇ ਵੀ ਬੋਲਣਾ, ਤੁਹਾਡੇ ਪਿਓ ਨੇ ਵੀ ਬੋਲਣਾ, ਤੁਹਾਡੇ ਗੁਰੂ ਨੇ ਵੀ ਬੋਲਣਾ, ਤੁਹਾਡੇ ਪੜਦਾਦਿਆਂ ਨੇ ਵੀ ਬੋਲਣਾ ਅਤੇ ਤੁਹਾਡੇ ਚਾਚਿਆਂ ਨੇ ਵੀ ਬੋਲਣਾ। ਸੋ ਸਾਡੇ ਪਿੰਡਾਂ ਦੀ ਇਹ ਖਾਸੀਅਤ ਆ ਵੀ ਜੋ ਮਰਜ਼ੀ ਹੋ ਜਾਏ, ਅਸੀਂ ਅੱਜ ਵੀ ਉਸ ਵਿਰਸੇ ਨੂੰ, ਉਸ ਅਪਣੱਤ ਨੂੰ, ਉਸ ਮੋਹ ਨੂੰ ਬਚਾ ਕੇ ਰੱਖਿਆ ਹੋਇਆ। ਅਤੇ ਮੈਨੂੰ ਬੜਾ ਪ੍ਰਾਊਡ ਹੈ ਇਸ ਚੀਜ਼ ਦਾ ਕਿ ਮੈਂ ਪਿੰਡੋਂ ਕਰਦਾ। ਇਟ ਡਜ਼ਨਟ ਮੈਟਰ ਵੇਅਰ ਯੂ ਕਮ ਫਰੋਮ, ਦ ਥਿੰਗ ਵਿਚ ਮੈਟਰਸ ਦ ਮੋਸਟ ਇਜ਼ ਵੇਅਰ ਯੂ ਵਾਂਟ ਟੂ ਗੋ। ਮੇਰੇ ਲਈ ਇਹ ਚੀਜ਼ਾਂ ਖੁੱਲ੍ਹੀਆਂ ਨੇ, ਹਰ ਚੀਜ਼ ਲਈ ਬੰਦੇ ਲਈ ਅਸਮਾਨ ਖੁੱਲ੍ਹਾ, ਉਹੀ ਹਵਾ। ਇਹ ਮੇਰੀ ਤਾਂ ਸ਼ਮਤਾ ਹੈ, ਇਹ ਮੇਰੇ 'ਤੇ ਕੈਲੇਬਰ ਹੈ ਕਿ ਮੇਰੀਆਂ ਲੱਤਾਂ ਪਾਰ ਝੱਲਦੀਆਂ ਕਿ ਮੈਂ ਮਲੋਟ ਦੇ ਬੁਰਜ ਸਿੱਧਵਾਂ ਤੋਂ ਨਿਕਲ ਕੇ ਕਿਤੇ ਵੱਡੇ ਥਾਂ 'ਤੇ ਜਾ ਸਕਦਾ। ਮੇਰੇ 'ਚ ਜੇ ਸ਼ਮਤਾ ਹੈਗੀ ਹੈ, ਮੈਂ ਜਾ ਸਕਦਾ। ਜੇ ਮੈਂ ਸਿੱਖਣਾ ਚਾਹਾਂ, ਮੈਂ ਜਾ ਸਕਦਾ। ਦੀਪ ਬਾਈ ਇਜ਼ ਅ ਪਰਫੈਕਟ ਐਗਜ਼ਾਮਪਲ ਆਫ ਦੈਟ। ਹੀ ਵਾਜ਼ ਫਰੋਮ
ਮਲੋਟ ਮੁਕਤਸਰ, ਮੈਂ ਮਲੋਟ ਤੋਂ, ਐਂਡ ਲੁੱਕ ਵੇਅਰ ਹੀ ਇਜ਼। ਤੁਸੀਂ ਕਿਸੇ ਵੀ ਆਕਸਫੋਰਡ ਰੈੱਡ ਬੰਦੇ ਨੂੰ ਦੀਪ ਨਾਲ ਪਾ ਦਿਓ, ਹੀ ਵਿਲ ਗਿਵ ਹਿਮ ਰਨ ਫॉर ਹਿਸ ਮਨੀ। ਉਹ ਰੈੱਡ, ਉਹ ਇੰਟੈਲੈਕਚੁਅਲੀ ਬਹੁਤ ਹਾਈ ਬੰਦਾ ਸੀ। ਮੈਂ ਉਹਨਾਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਰਿਹਾ, ਮੇਰੀ ਇੱਕ ਆਪਣੀ ਪ੍ਰੋਸੈਸ ਆ, ਮੈਂ ਆਪਣੀ ਜਾਨਾ। ਮੈਂ ਚੰਡੀਗੜ੍ਹ ਆ, ਮੈਂ ਐਕਟਿੰਗ ਨੂੰ ਪਿਆਰ ਕਰਦਾ, ਸਿਨੇਮਾ ਮੇਰਾ ਪੈਸ਼ਨ ਆ, ਮੈਂ ਮਰਦੇ ਦਮ ਤੱਕ ਪੈਸ਼ਨ ਕਰਦਾ ਰਹੂੰਗਾ। ਕਾਮਯਾਬ ਹੋਵਾਂ ਨਾ ਹੋਵਾਂ ਇਹ ਮੇਰੇ ਤੇ ਡਿਪੈਂਡ ਨਹੀਂ ਕਰਦਾ, ਇਹ ਮਾਲਕ ਤੇ ਕਰਦਾ, ਲੋਕਾਂ ਨੇ ਕਰਨਾ। ਇਸ ਚੀਜ਼ ਦੀ ਨਿਰਾਸ਼ਾ ਵੀ ਕੋਈ ਨਹੀਂ ਹੋਊਗੀ ਕਿ ਮੈਂ ਨਹੀਂ ਕਾਮਯਾਬ ਹੋਇਆ। ਹੋ ਸਕਦਾ ਮੈਂ ਹੋ ਵੀ ਜਾਵਾਂ, ਹੋ ਸਕਦਾ ਮੈਂ ਬਹੁਤ ਵੀ ਹੋ ਜਾਵਾਂ, ਬਟ ਮੈਂ ਇੱਕ ਗੱਲ ਆਈ ਕੈਨ ਪੁੱਟ ਹੈਂਡ ਔਨ ਮਾਈ ਚੈਸਟ, ਆਈ ਕੈਨ ਸੇ ਕਿ ਲੋਕੀ 100 ਲਾਉਂਦੇ ਆ, ਮੈਂ 200 ਲਾਇਆ। ਮੇਰੀ ਜ਼ਿੰਦਗੀ ਦਾ ਇੱਕ ਪ੍ਰੋਸੈਸ ਹੈ ਮੈਮ ਕਿ ਮੈਂ ਆਪਣੇ ਦੁੱਖ ਤਕਲੀਫ, ਆਪਣੇ ਸਟਰਗਲ ਨੂੰ ਕਦੇ ਜਨਤਕ ਨਹੀਂ ਕੀਤਾ। ਉਹ ਮੇਰੇ ਲਈ ਮੇਰਾ ਗਹਿਣਾ ਹੈ, ਤਾਂ ਮੈਂ ਗਹਿਣਾ ਸੰਭਾਲ ਕੇ ਰੱਖੂੰਗਾ। ਮੈਨੂੰ ਉਹ ਬੰਦੇ ਬਹੁਤ ਅਜੀਬ ਲੱਗਦੇ ਨੇ ਜਿਹੜੇ ਆਪਣੇ ਦੁੱਖ ਦਰਦ ਫੇਸਬੁੱਕ 'ਤੇ ਪਾਉਂਦੇ ਨੇ। ਉਹ ਤੁਹਾਡੇ ਅੰਦਰ ਨੇ। ਜੇ ਅੱਜ ਮੈਂ ਇੱਥੇ ਹੈਗਾ, ਜੇ ਕੁਝ ਕਰੂੰਗਾ ਜਾਂ ਅੱਗੇ ਕਰਨਾ, ਉਹ ਜੋ ਚੀਜ਼ਾਂ ਮੈਨੂੰ ਔਕੜਾਈਆਂ, ਦੈਟ ਮੇਡ ਮੀ ਅ ਬੈਟਰ ਹਿਊਮਨ, ਦੈਟ ਮੇਡ ਮੀ ਅ ਬੈਟਰ ਐਕਟਰ। ਦੈਟਸ ਵੈਰੀ ਗ੍ਰੇਟ। ਇਹੀ ਜਜ਼ਬਾ ਦੀਪ ਦੇ ਵਿੱਚ ਵੀ ਵੇਖਿਆ ਜਾਂਦਾ ਸੀ। ਸੋ ਸੈੱਟ ਦੀ ਮੈਂ ਇੱਕ ਵਾਰ ਗੱਲ ਕਰਨਾ ਚਾਹਾਂਗੀ ਤੁਹਾਡੀ ਤੇ ਦੀਪ ਦੀ ਫਿਟਨੈਸ ਨੂੰ ਲੈ ਕੇ। ਆਈ ਮੀਨ ਅਸੀਂ ਇਹ ਵੀ ਮਤਲਬ ਪਿਛਲੀ ਫਿਲਮਾਂ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਦਾ ਸੀ ਜਿੱਥੇ ਜਿਮ ਨਹੀਂ ਸੀ ਹੁੰਦਾ, ਉੱਥੇ ਦੀਪ ਆਪਣਾ ਦੇਸੀ ਕੰਮ ਸ਼ੁਰੂ ਕਰ ਲੈਂਦੇ ਆ। ਮੇਰੇ ਲਈ ਤਾਂ ਇਹ ਹੈ ਵੀ ਮੈਂ ਜਿੱਥੇ ਵੀ ਜਾਵਾਂ, ਆਈ ਹੈਵ ਸਪੋਰਟ ਸ਼ੂਜ਼ ਵਿਦ ਮੀ। ਮੇਰੇ ਤਾਂ ਗੱਡੀ 'ਚ 2 ਸਪੋਰਟ ਸ਼ੂਜ਼ ਪਏ ਆ। ਮੈਂ ਨਾ ਇਸ ਚੀਜ਼ ਨੂੰ ਬਹੁਤ ਮੰਨਦਾ, ਬਿਕੋਜ਼ ਜੇ ਤੁਸੀਂ ਕਰਦੇ ਹੋ ਮੇਰੀ ਜ਼ਿੰਦਗੀ ਦਾ, ਇਫ ਆਈ ਈਟ ਫੂਡ, ਰੋਟੀ ਖਾਣਾ, ਮੇਰੇ ਲਈ ਫਿਟਨੈਸ ਵੀ ਮੈਨੂੰ ਜ਼ਰੂਰੀ ਹੈ। ਜੇ ਮੇਰੇ ਕੋਲ ਕੋਈ ਚੀਜ਼ ਹੈ ਨਹੀਂ ਤਾਂ ਮੈਂ ਕੋਈ ਚੀਜ਼ ਬਣਾ ਲੂੰਗਾ। ਜੇ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ, ਕੋਈ ਮੈਦਾਨ ਆ, ਮੈਂ ਭੱਜਣਾ ਸ਼ੁਰੂ ਕਰ ਦੂੰਗਾ। ਆਈ ਵਿਲ ਡੂ ਮਾਈ ਸੈਲਫ ਐਕਸਕਿਊਜ਼ ਮੀ, ਕੋਈ ਵੀ ਹੈ ਇਹ ਚੀਜ਼ ਕਰੂੰਗਾ ਕਿ ਮੈਂ ਆਪਣੇ ਆਪ ਨੂੰ ਉਸ ਘੰਟੇ ਲਈ ਆਪਣੇ ਆਪ ਨੂੰ ਕਰਾਂ। ਬਿਕੋਜ਼ ਮੇਰੇ ਲਈ ਫਿਟਨੈਸ ਇੱਕ ਬਾਡੀ ਫਿਟਨੈਸ ਹੀ, ਇਟਸ ਮੋਰ ਓਵਰ ਮਾਈਂਡ ਗੇਮ। ਤੁਹਾਨੂੰ ਮੈਂ ਇਹਨਾਂ 4 ਸਾਲਾਂ 'ਚ ਬਹੁਤ ਭੱਜਿਆ, ਬਹੁਤ ਤੁਰਿਆ। ਉਹ ਤੁਰਨਾ ਸਿਰਫ ਤੁਰਨਾ ਨਹੀਂ ਹੁੰਦਾ, ਤੁਹਾਡੀ ਇੱਕ ਮੈਂਟਲ ਐਕਸਰਸਾਈਜ਼ ਵੀ ਹੈ ਨਾ। ਮੇਰੇ ਲਈ ਮੇਰੇ ਪੈਰ ਚੱਲਦੇ ਨੇ, ਮੈਨੂੰ ਲੱਗਦਾ ਮੇਰਾ ਦਿਮਾਗ ਚੱਲਦਾ। ਸੋ ਮੇਰੇ ਲਈ ਵੀ ਅਸੀਂ ਇੰਝ ਸੀਗਾ, ਦੀਪ ਭਾਈ ਲੱਗ ਭੱਜੀ ਜਾਂਦਾ ਆਪਣਾ ਖੇਤਾਂ 'ਚ, ਮੈਂ ਲੱਗ ਭੱਜੀ ਜਾਂਦਾ। ਉਹ ਇਹ ਸੀਗਾ ਵੀ ਯਾਰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਸੋ ਸਾਡੇ ਇਹੀ ਸੀ, ਸਾਡੇ ਕੁਛ ਵਖਰੇਵੇਂ ਵੀ ਸੀ, ਸਾਡੇ ਕੁਛ ਪੋਜ਼ਿਟਿਵ ਵੀ ਸੀ। ਫਿਟਨੈਸ ਨੂੰ ਲੈ ਕੇ ਆਈ ਵਾਜ਼ ਵੈਰੀ ਪੈਸ਼ਨੇਟ, ਬਾਈ ਵੀ ਪੈਸ਼ਨੇਟ ਸੀ। ਮੂਵੀਜ਼ ਨੂੰ, ਸਿਨੇਮਾ ਨੂੰ ਲੈ ਕੇ ਵਾਜ਼ ਵੈਰੀ ਪੈਸ਼ਨੇਟ। ਲੌਂਗ ਕੋਟ ਡੌਗਸ, ਹੀ ਯੂਜ਼ਡ ਟੂ ਕਾਲ ਮੀ ਇਨ ਦ ਨਾਈਟ ਅਰਾਊਂਡ 1 ਵਜੇ, ਤੇ ਇਹ ਸੀਗਾ ਹੈਲੋ ਹਾਂਜੀ ਬਾਈ ਕੀ ਹਾਲ ਆ। ਅੱਛਾ, ਸਿੱਧੀ ਗੱਲ ਸ਼ੁਰੂ ਕਰ ਦੇਣੀ। ਇਹ ਗਿਲਟੀ ਫੈਕਟਰ ਨਹੀਂ ਵੀ ਤੂੰ ਜਾਗਦਾ ਨਹੀਂ ਜਾਗਦਾ, ਨਹੀਂ। ਇਹ ਕੰਫਰਟ ਜ਼ੋਨ ਬੜੇ ਘੱਟ ਲੋਕਾਂ 'ਚ ਹੁੰਦਾ। ਆਪਾਂ ਕਿਸੇ ਅਣਜਾਣ ਬੰਦੇ ਨੂੰ ਫੋਨ ਕਰਦੇ ਨਾ, ਪਹਿਲਾਂ 100 ਵਾਰੀ ਕਹਿੰਦੇ ਬਈ ਜਾਗਦੇ ਹੋ, ਬਾਈ ਜੀ ਕੀ ਕਰ ਰਹੇ ਹੋ, ਮੈਂ ਫੋਨ ਕਰ ਸਕਦਾ। ਮੈਨੂੰ ਇਹ ਚੀਜ਼ ਦੀ ਬੜੀ ਖੁਸ਼ੀ ਹੈ। ਕਈ ਲੋਕਾਂ ਦਾ ਤੁਹਾਡਾ ਹੱਕ ਹੁੰਦਾ, ਕਈ ਕਹਿੰਦੇ ਵੀ ਉੱਠ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਹੈ, ਅਤੇ ਉਹ ਮਾਣ ਕਈ ਲੋਕਾਂ 'ਤੇ ਹੁੰਦਾ। ਦੁਨੀਆ 'ਤੇ 3-4 ਲੋਕ ਹੀ ਹੁੰਦੇ, ਬਾਕੀ ਕਹੋਗੇ ਮੈਨੂੰ ਫੋਨ ਕਰ ਲਿਆ, ਉਹ ਲਾਹਮੇ ਦਿੰਦੇ ਆ। ਮੈਨੂੰ ਪ੍ਰਾਊਡ ਹੈ ਯਾਰ ਕਿ ਮੈਂ ਦੀਪ ਦਾ ਬ੍ਰਦਰ, ਆਪਣਾ ਫਰੈਂਡ, ਬ੍ਰਦਰ ਵੀ ਹਾਂ। ਮੈਨੂੰ ਪ੍ਰਾਊਡ ਹੈ ਕਿ ਆਈ ਵਾਜ਼ ਅ ਦੀਪਸ ਕੋ-ਸਟਾਰ। ਆਈ ਐਮ ਪ੍ਰਾਊਡ ਆਫ ਦੈਟ ਆਈ ਵਾਜ਼ ਜੁਆਇੰਟਲੀ ਐਸੋਸੀਏਟਡ ਵਿਦ ਸਾਡੇ ਵਾਲੇ। ਅਤੇ ਦੀਪ ਮੇਰੇ ਨਾਲ ਹਮੇਸ਼ਾ ਰਹੂਗਾ, ਅਤੇ ਦੀਪ ਸਾਡੇ ਨਾਲ ਹਮੇਸ਼ਾ ਰਹੂਗਾ। ਅੱਜ ਵੀ ਇੱਥੇ ਮੌਜੂਦ ਹੈ, ਫਿਜ਼ੀਕਲੀ ਤੌਰ 'ਤੇ ਨਹੀਂ ਆ, ਬਟ ਸਾਡੇ ਤੋਂ ਆਤਮੀ ਤੌਰ 'ਤੇ ਸਾਡੇ ਨਾਲ। ਜੀ ਲਾਸਟ ਐਂਡ ਲੀਸਟ ਇੱਕ ਸਵਾਲ ਪੁੱਛਣਾ ਚਾਹਾਂਗੀ। ਦੋਸਤੀ ਦੀ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਮਤਲਬ ਦੋਸਤ ਹੀ ਸੀਗੇ, ਭਰਾ ਵੀ ਸੀਗੇ, ਹੈ ਨਾ। ਅਤੇ ਸੈੱਟ ਦੀ ਗੱਲ ਕਰੀਏ, ਅਸੀਂ ਉਹਨਾਂ ਨੂੰ ਵੀ ਜਾਣਦੇ ਹਾਂ, ਬਲੰਟ ਸੀਗੇ, ਬੇਬਾਕ ਅੰਦਾਜ਼ ਨਾਲ ਬੋਲਦੇ ਆ। ਕਈ ਲੋਕਾਂ ਨੂੰ ਸ਼ਿਕਾਇਤ ਹੈ ਕਿ ਲੜ ਪੈਂਦੇ ਸੀਗੇ, ਮਤਲਬ ਟੈਂਪਰਾਮੈਂਟ ਬਹੁਤ ਉਹਨਾਂ ਦਾ ਸ਼ਾਰਟ ਸੀਗਾ। ਪਰ ਮੈਂ ਤੁਹਾਡੇ ਮੂੰਹ ਤੋਂ ਸੁਣਿਆ ਕਿ ਤੁਹਾਡੀ ਕਦੀ ਲੜਾਈ ਨਹੀਂ ਹੋਈ, ਕਦੀ ਵੀ ਲੜਾਈ ਨਹੀਂ ਹੋਈ, ਕਦੀ ਵੀ ਬਹਿਸ ਨਹੀਂ ਹੋਈ, ਹੈ ਨਾ। ਸੋ ਕਿਸ ਤਰ੍ਹਾਂ ਦੀ ਦੋਸਤੀ ਅੱਜ ਵੀ ਜ਼ਹਿਨ ਦੇ ਵਿੱਚ ਯਾਦ ਹੈ, ਕਿਉਂਕਿ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਹੈ, ਅਤੇ ਉਹ ਮਰਦੇ ਦਮ ਤੱਕ ਯਾਦਾਂ ਦੇ ਥਰੂ ਹੀ ਸਾਡੇ ਵਿਚਕਾਰ ਰਹਿਣਗੇ। ਕਿਹੜੇ ਬੋਲ ਨੇ ਜਿਹੜੇ ਮਰਦੇ ਦਮ ਤੱਕ ਦੀਪ ਦੇ ਤੁਹਾਡੇ ਜ਼ਹਿਨ 'ਚ ਰਹਿਣ ਵਾਲੇ ਨੇ? ਐਕਚੁਅਲੀ ਦੀਪ ਨੇ ਜਿਹੜੇ ਕਲੋਜ਼ ਐਸੋਸੀਏਟਡ ਆ, ਤਾਂ ਉਹ ਬੜੇ ਈਜ਼ੀਲੀ ਜਾਣਦੇ ਆ ਕਿ ਜਿਹੜੇ ਬਾਈ ਦੀਪ ਦੇ ਨਾ ਕਈ ਵਾਰ ਵੈਰੀ ਸਪੌਂਟੇਨੀਅਸ ਹੁੰਦੇ ਸੀ ਉਹ, ਤਾਂ ਬੜਾ ਕੁਇਕ ਕਰੈਕਸ਼ਨ ਕਰਦੇ ਸੀ। ਤਾਂ ਆਲਮੋਸਟ ਜਿਹੜੇ ਬੰਦੇ ਉਹ ਬਾਈ ਕਈ ਵਾਰ ਹੋ ਜਾਂਦਾ ਸੀ ਉਹ। ਬਟ ਸਭ ਤੋਂ ਵੱਡੀ ਖਾਸੀਅਤ, ਸਭ ਤੋਂ ਵੱਡੀ ਖੂਬਸੂਰਤੀ ਉਹਨਾਂ ਦੇ ਕਿਰਦਾਰ ਦੀ ਇਹ ਸੀ ਕਿ 10 ਮਿੰਟ ਬਾਅਦ ਠੰਡੇ ਵੀ ਹੋ ਜਾਂਦੇ ਸੀ। ਪਰ ਮੇਰਾ ਪਤਾ ਨਹੀਂ ਕਿਉਂ, ਆਈ ਡੋਂਟ ਨੋ, ਇਹ ਕੋਈ ਮਤਲਬ ਇਹ ਕੋਈ ਵਡਿਆਉਣ ਵਾਲੀ ਗੱਲ ਨਹੀਂ, ਬਟ ਮੈਨੂੰ ਅੱਛਾ ਲੱਗਾ ਕਿ ਯਾਰ ਬਾਈ ਅੱਜ ਮੈਂ, ਪਰ ਬੜੀ ਈਜ਼ੀ ਜੇ ਬਾਈ ਆਪਾਂ ਇੰਝ ਕਰਨਾ ਉਹ ਕਰਨਾ, ਪਰ ਮੈਂ ਵੀ ਕਹਿੰਦਾ ਸੀ ਬਾਈ ਕੋਈ ਗੱਲ ਨਹੀਂ। ਸੋ ਬੜਾ ਮਿਊਟਲੀ ਹੋ ਗਿਆ, ਬਿਕੋਜ਼ ਆਈ ਸਟਰੋਂਗਲੀ ਬਿਲੀਵ ਦਾ ਕਨਵਿਕਸ਼ਨ ਆਫ ਦੀਪ ਸਿੱਧੂ। ਉਹਦੀ ਮੈਂ ਸੋਚਦੇ ਹਮੇਸ਼ਾ ਲੱਗਾ ਕਿ ਬਾਈ, ਕਿਉਂਕਿ ਸਾਨੂੰ ਇਹ ਪਤਾ ਸੀ ਫਿਲਮ ਬਣਾਈ ਹੈ ਅਤੇ ਇਹਨੂੰ ਇਸ ਤਰ੍ਹਾਂ ਇੰਝ ਨਹੀਂ ਕਰ ਸਕਦੇ ਵੀ ਇੱਕਦਮ ਤੁਸੀਂ ਰਿਲੀਜ਼ ਕਰਕੇ ਕਰੋ। ਬਟ ਸੈਡ ਪਾਰਟੀਜ਼ ਅਸੀਂ ਸਭ ਕੁਝ ਤਿਆਰ ਕਰ ਲਿਆ ਸੀ। ਵੀ ਆਰ ਜਸਟ ਟੂ ਮੇਕ ਅ ਗੁੱਡ ਫਿਲਮ। ਅਸੀਂ ਰਿਲੀਜ਼ ਕਰਨਾ ਸੀ, ਬਟ ਸਮਵੇਅਰ ਡਾਊਨ ਦ ਲਾਈਨ God has been very cruel to us and we lost Deep Sidhu.
ਜੀ ਬਿਲਕੁਲ, ਔਰ ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਮੇਵਾਰੀ ਉਹ ਵਧਾ ਕੇ ਗਏ ਨੇ ਫਿਲਮ ਨੂੰ ਲੈ ਕੇ, ਕਿਤੇ ਉਹਨਾਂ ਇਹ ਫਿਲਮ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ, ਉਹਨਾਂ ਨੇ ਕਈ ਵਾਰ ਕਿਹਾ ਵੀ। ਸੋ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਬੋਲ, ਉਹਨਾਂ ਦੀਆਂ ਫਿਲਮਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਲੀਕ ਤੋਂ ਹਟ ਕੇ ਇੱਕ ਵੱਖਰਾ ਸਿਨੇਮਾ ਉਹਨਾਂ ਨੇ ਦਿੱਤਾ ਹੈ। ਸੋ ਜ਼ਿੰਮੇਵਾਰੀ ਹੁਣ ਤੁਹਾਡੇ ਤੇ ਆ ਚੁੱਕੀ ਹੈ, ਤੇ ਕੀ ਕਹਿਣਾ ਚਾਹੋਗੇ ਆਡੀਅנס ਨੂੰ? ਵੈਸੇ ਤਾਂ ਆਡੀਅנס ਵੈਸੇ ਹੀ ਬਹੁਤ ਪਿਆਰ ਕਰਦੀ ਹੈ। ਨਹੀਂ, ਮੈਂ ਇਹ ਕਹਿ ਰਿਹਾ ਦੀਪ ਬਾਈ ਨੂੰ, ਜਿੰਨਾ ਮੈਂ ਆਫ ਲੇਟਲੀ ਡੂਰਿੰਗ ਦਿਸ ਮਿਸ ਹੈਪਨਿੰਗ ਮੈਂ ਦੇਖਿਆ, ਉਹ ਚੀਜ਼ਾਂ, ਉਹ ਦ੍ਰਿਸ਼, ਲੋਕਾਂ ਦਾ ਇਕੱਠ, ਇੱਕ ਹਜੂਮ ਜੋ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਮੈਂ ਨਹੀਂ ਦੇਖ ਸਕਦਾ। ਉਹ ਜੋ ਇੱਕ ਅਲੌਕਿਕ ਚੀਜ਼ਾਂ ਮੇਰੇ ਸਾਹਮਣੇ ਹੋਈਆਂ, ਆਈ ਥਿੰਕ ਆਈ ਵਿਲ ਬੀ ਦਾ ਮੈਨੂੰ ਲੱਗਦਾ ਵੀ ਆਈ ਵੁੱਡ ਸੀ ਇਨ ਮਾਈ ਫਿਊਚਰ, ਕਿਉਂਕਿ ਕਈ ਵਾਰ ਚੀਜ਼ਾਂ ਤੁਸੀਂ ਨਹੀਂ ਦੇਖ ਸਕਦੇ। ਦੀਪ ਸਿੱਧੂ ਹੁੰਦਾ ਤੈਨੂੰ ਦੇਖਦਾ ਵੀ ਲੋਕ ਨੂੰ ਕਿੰਨਾ ਪਿਆਰ ਕਰਦੇ ਨੇ, ਬਟ ਸਟਿਲ ਮੇਰੇ ਤੇ ਜ਼ਿੰਮੇਵਾਰੀ ਆ ਗਈ। ਇਸ ਚੀਜ਼ ਤੋਂ ਮੈਂ ਭੱਜਦਾ ਨਹੀਂ, ਬਟ ਮੈਨੂੰ ਇਹ ਗੱਲ ਪਤਾ ਵੀ ਮੈਂ ਦੀਪ ਦੇ 1% ਵੀ ਨਹੀਂ, ਉਹਦੇ ਕੋਲ ਜੋ ਸੀ ਉਹ ਦੀਪ ਦਾ ਹੀ ਸੀ। ਮੇਰਾ ਕੰਮ ਇਹ ਹੈ ਕਿ ਚਲੋ ਇਹ ਸਾਡੀ ਫਿਲਮ ਆ, ਇਹ ਦੀਪ ਲੋਕਾਂ ਨੂੰ ਦਿਖਾਵਾਂਗੇ, ਬਟ ਇਹ ਹੈ ਵੀ ਦੀਪ ਸਾਡੇ ਨਾਲ ਹਮੇਸ਼ਾ ਹੈ ਤੇ ਰਹੂਗਾ, ਉਹਦੀਆਂ ਯਾਦਾਂ ਸਾਡੇ ਦਿਲ 'ਚ ਨੇ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਐਂਡ ਮੈਂ ਤੁਹਾਨੂੰ ਆਲ ਦਾ ਵੈਰੀ ਬੈਸਟ ਕਹਿਣਾ ਚਾਹਾਂਗੀ। ਬਹੁਤ ਸਾਰੀਆਂ ਦੁਆਵਾਂ। ਸੋ ਇਹ ਜ਼ਿੰਮੇਵਾਰੀ ਰੱਬ ਸਿਰੇ ਚੜਾਵੇ। ਸੋ ਥੈਂਕ ਯੂ ਸੋ ਵੈਰੀ ਮਚ। ਥੈਂਕ ਯੂ। ਦੇਖਦੇ ਰਹੋ ਸਿਨੇ ਪੰਜਾਬੀ। ਸਤਿ ਸ਼੍ਰੀ ਅਕਾਲ।